ਵੈਲਕਮ ਟੂ ਯੂ ਆਲ ਔਨ ਹਿਸਟਰੀ ਸਟੱਡੀ ਪੁਆਇੰਟ। ਅੱਜ ਦਾ ਸਾਡਾ ਟੌਪਿਕ ਹੈ ਰਿਵੋਲਟ ਆਫ 1857 ਕੌਜ਼ ਨੇਚਰ ਐਂਡ ਸਿਗਨੀਫੀਕੈਂਸ। ਇਹ ਟੌਪਿਕ ਬਹੁਤ ਯੂਜ਼ਫੁਲ ਹੈ ਫॉर NTA UGC ਨੈਟ। ਮਾਸਟਰ ਕੇਡਰ ਦੇ ਵਿੱਚ 1857 ਇੱਕ ਅਲੱਗ ਟੌਪਿਕ ਦੇ ਤੌਰ ਤੇ ਪਾਇਆ ਗਿਆ ਹੈ। PS ਟੈਟ C-TET ਦੇ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਜਿੰਨੀਆਂ ਵੀ ਸਟੇਟ ਕੰਪੀਟੀਸ਼ਨ ਦੇ ਪੇਪਰਸ ਨੇ, ਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਦੇ ਪੇਪਰ ਨੇ, ਉਹਨਾਂ ਦੇ ਲਈ ਸਾਰਿਆਂ ਦੇ ਲਈ 1857 ਰਿਵੋਲਟ ਬਹੁਤ ਜ਼ਰੂਰੀ ਹੈ। ਆਸ ਹੈ ਵੀਡੀਓ ਨੂੰ ਅੰਤ ਤੱਕ ਦੇਖੋਗੇ, ਲਾਈਕ ਤੇ ਕਮੈਂਟ ਕਰੋਗੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਜੋ ਅਸੀਂ ਵੱਧ ਤੋਂ ਵੱਧ ਵੀਡੀਓਜ਼ ਤੁਹਾਡੇ ਲਈ ਬਣਾ ਸਕੀਏ ਤੇ ਇਸ ਚੈਨਲ ਤੇ ਅਪਲੋਡ ਕਰ ਸਕੀਏ। ਆਓ ਇਸ ਟੌਪਿਕ ਦੀ ਸ਼ੁਰੂਆਤ ਕਰੀਏ। 1857 ਰਿਵੋਲਟ ਕੌਜ਼ ਨੇਚਰ ਐਂਡ ਸਿਗਨੀਫੀਕੈਂਸ। ਅੰਗਰੇਜ਼ ਭਾਰਤ ਦੇ ਵਿੱਚ 1600 ਦੇ ਵਿੱਚ ਆਏ। ਉਸ ਤੋਂ ਬਾਅਦ ਬੈਟਲ ਆਫ ਪਲਾਸੀ, ਬੈਟਲ ਆਫ ਬਕਸਰ, ਜਿਹੜੀਆਂ ਕਿ 1757 ਐਂਡ 1764 ਦੇ ਦੌਰਾਨ ਹੋਈਆਂ ਸਨ। ਉਸ ਤੋਂ ਪੂਰੇ 100 ਸਾਲ ਬਾਅਦ ਭਾਰਤ ਦੇ ਵਿੱਚ ਇੱਕ ਮਹਾ ਜੰਗ ਹੋਈ ਜਿਸ ਨੂੰ 1857 ਰਿਵੋਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੇ ਬਹੁਤ ਹੀ ਲੰਬੇ ਟਾਈਮ ਤੋਂ ਕਾਰਨ ਬਣਦੇ ਆ ਰਹੇ ਸਨ ਅਤੇ ਉਸ ਤੋਂ ਬਾਅਦ ਇਸ ਨੇ ਪੂਰੇ ਭਾਰਤ ਦੇ ਵਿੱਚ ਆਪਣੇ ਪੈਰ ਪਸਾਰੇ। ਇਸ ਦੇ ਬਾਰੇ ਵਿੱਚ ਅਸੀਂ ਵੀਡੀਓ ਦੇ ਵਿੱਚ ਜਾਣਾਂਗੇ। 1857 ਰਿਵੋਲਟ ਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਵੀ ਕਿਹਾ ਜਾਂਦਾ ਹੈ, ਮਿਊਟਨੀ ਆਫ ਸਪਾਈ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਨਾਮਾਂ ਦੇ ਨਾਲ ਇਸ ਨੂੰ ਪੁਕਾਰਿਆ ਜਾਂਦਾ ਹੈ। ਵਿਦੇਸ਼ੀ ਜਿੰਨੇ ਆਥਰਸ ਨੇ ਇਸ ਨੂੰ ਅਲੱਗ ਨਾਮ ਦੇ ਨਾਲ ਜਾਣਦੇ ਨੇ, ਜਿਹੜੇ ਇੰਡੀਅਨ ਆਥਰਸ ਨੇ ਉਹ ਅਲੱਗ ਨਾਮ ਦੇ ਨਾਲ ਜਾਣਦੇ ਨੇ। ਵੀਡੀਓ ਦੇ ਵਿੱਚ ਅਸੀਂ ਇਸ ਬਾਰੇ ਡਿਸਕਸ ਕਰਾਂਗੇ, ਇਸ ਦਾ ਨੇਚਰ ਕਿਸ ਤਰ੍ਹਾਂ ਦਾ ਗਾ। ਇਸ ਜਗ੍ਹਾ ਦੇ ਉੱਪਰ ਜਿਹੜਾ ਇੰਪੋਰਟੈਂਟ ਨੇਮ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਉਹ ਹੈ BD ਸਾਵਰਕਰ, ਅਸ਼ੋਕ ਮਹਿਤਾ, ਜਿਨ੍ਹਾਂ ਨੇ ਫਸਟ ਵਾਰ ਆਫ ਇੰਡੀਪੈਂਡੈਂਸ, ਇੰਡੀਅਨ ਇੰਡੀਪੈਂਡੈਂਸ ਕਿਹਾ ਹੈ 1857 ਰਿਵੋਲਟ ਨੂੰ। ਇਹ ਵਾਰ-ਵਾਰ ਅਕਸਰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ। ਇਸ ਤੋਂ ਇਲਾਵਾ BD ਸਾਵਰਕਰ ਦੀ ਬੁੱਕ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ ਕਿਹਾ ਹੈ। ਇਸ ਨੇ ਇੱਕ ਸਪੈਸ਼ਲ ਬੁੱਕ ਵੀ ਲਿਖੀ ਹੈ ਇਸ ਦੇ ਉੱਪਰ, ਜਿਸ ਦੇ ਵਿੱਚ ਟਾਈਟਲ ਹੈ ਫਸਟ ਵਾਰ ਆਫ ਇੰਡੀਪੈਂਡੈਂਸ। ਇਸ ਤਰ੍ਹਾਂ ਕਹਿੰਦੇ 1857 ਦਾ ਵਿਦਰੋਹ ਸੀ ਜਿਹੜਾ ਸ਼ੁਰੂ ਦੇ ਵਿੱਚ ਭਾਰਤੀ ਫੌਜ ਦੇ ਸਿਪਾਹੀਆਂ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਦੀ ਲਪੇਟ ਦੇ ਵਿੱਚ ਪੂਰਾ ਇੰਡੀਆ ਆਇਆ। ਪੂਰਾ ਇੰਡੀਆ ਲੈਵਲ ਦੇ ਵਿੱਚ ਭਾਵੇਂ ਉਹ ਸਟੂਡੈਂਟ ਸਨ, ਵੂਮਨ ਸੀ, ਲੇਬਰ ਸੀ, ਪੀਜਨ ਸਨ, ਟ੍ਰੇਡਰ ਸਨ, ਹਰ ਇੱਕ ਪਰਸਨ ਇਸ ਮੂਵਮੈਂਟ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿੱਤਾ ਸੀ, ਜਿਸ ਕਰਕੇ ਇਸ ਨੂੰ ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ ਕਿਹਾ ਜਾਂਦਾ ਹੈ। ਇਸੇ ਵਿਦਰੋਹ ਤੋਂ ਬਾਅਦ ਹੀ ਭਾਰਤ ਦੇ ਵਿੱਚ ਸੁਤੰਤਰਤਾ ਸੰਗਰਾਮ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਸ਼ੁਰੂਆਤ ਕੀਤੀ। ਇਸ ਵਿਦਰੋਹ ਦੇ ਬਹੁਤ ਜ਼ਿਆਦਾ ਕਾਰਨ ਸਨ। ਇਸ ਵਿਦਰੋਹ ਦਾ ਕੋਈ ਵੀ ਅਸੀਂ ਇੱਕ ਕਾਰਨ ਲੈ ਕੇ ਨਹੀਂ ਚੱਲ ਸਕਦੇ। ਇਸ ਦੇ ਵਿਦਰੋਹ ਦੇ ਬਹੁਤ ਜ਼ਿਆਦਾ ਕਾਰਨ ਸਨ। ਪੋਲੀਟੀਕਲ ਕਾਰਨ ਸਨ, ਸੋਸ਼ਲ ਕਾਰਨ ਸਨ, ਇਸ ਤੋਂ ਇਲਾਵਾ ਰਿਲੀਜੀਅਸ, ਮਿਲਟਰਾਈਜ਼ ਕਾਰਨ। ਇਹ ਸਾਰੇ ਰੀਜਨਸ ਜਿੰਨੇ ਵੀ ਸੀ, ਜਿੰਨੇ ਵੀ ਕੌਜ਼ ਸਨ, ਉਹਨਾਂ ਦੇ ਬਾਰੇ ਵਿੱਚ ਅਸੀਂ 1 ਬਾਈ 1 ਕਰਕੇ ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪੋਲੀਟੀਕਲ ਕੌਜ਼। ਪੋਲੀਟੀਕਲ ਕਾਰਨ, ਰਾਜਨੀਤਿਕ ਕਾਰਨ ਕਿਹੜੇ ਸਨ ਉਹਨਾਂ ਦੇ ਚਰਚਾ ਕਰਨ ਲੱਗੇ ਹਾਂ। ਲਾਰਡ ਡਲਹੌਜੀ ਬਹੁਤ ਵੱਡਾ ਸਾਮਰਾਜਵਾਦੀ ਭਾਰਤ ਦੇ ਵਿੱਚ ਗਵਰਨਰ ਜਨਰਲ ਰਹਿ ਚੁੱਕਿਆ ਸੀ 1848 ਤੋਂ 1856 ਦੇ ਵਿੱਚ। ਇਸ ਦਾ ਟਾਈਮ ਪੀਰੀਅਡ ਯਾਦ ਰੱਖਣਾ ਹੈ। ਇਸ ਟਾਈਮ ਦੇ ਵਿੱਚ ਹੀ ਉਸਨੇ 1849 ਦੇ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਉਸਨੇ ਇੱਕ ਪਾਲਿਸੀ ਅਡਾਪਟ ਕੀਤੀ ਸੀ ਜਿਸ ਨੂੰ ਡਾਕਟ੍ਰਿਨ ਆਫ ਲੈਪਸ ਦੀ ਨੀਤੀ ਕਹਿੰਦੇ ਨੇ। ਹੜੱਪਣਾ, ਲੈਪਸ ਮੀਨਜ਼ ਹੜੱਪਣਾ, ਹੜੱਪ ਕੀਤੀਆਂ ਸੀ ਬਹੁਤ ਜ਼ਿਆਦਾ ਭਾਰਤੀ ਰਿਆਸਤਾਂ ਨੂੰ, ਜਿਨ੍ਹਾਂ ਦੇ ਵਿੱਚੋਂ ਅਬਦ 1856 ਦੇ ਵਿੱਚ ਕੀਤਾ ਗਿਆ। ਸਤਾਰਾ, ਨਾਗਪੁਰ, ਝਾਂਸੀ, ਇਹ ਸਾਰੇ ਜਿਹੜੇ ਸੀਗੇ ਲਾਰਡ ਡਲਹੌਜੀ ਦੇ ਸ਼ਿਕਾਰ ਬਣੇ ਅਤੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਗਲਤ ਸ਼ਾਸਨ ਪ੍ਰਬੰਧ ਦੇ ਕਾਰਨ ਸ਼ਾਮਲ ਕਰ ਲਏ ਗਏ। ਇਸ ਤੋਂ ਇਲਾਵਾ ਬਹਾਦਰ ਸ਼ਾਹ ਜ਼ਫਰ ਤੋਂ ਬਾਅਦ ਉਸ ਦੇ ਜਿੰਨੇ ਵੀ ਉੱਤਰਾਧਿਕਾਰੀ ਹੋਣਗੇ ਉਹਨਾਂ ਨੂੰ ਪ੍ਰਿੰਸ ਕਿਹਾ ਜਾਵੇਗਾ ਅਤੇ ਰੈੱਡ ਫੋਰਟ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਤਰ੍ਹਾਂ ਇਹ ਵੀ ਇੱਕ ਜਿਹੜੇ ਭਾਰਤੀ ਲੋਕਾਂ ਦੇ ਨਾਲ ਮਜ਼ਾਕ ਕੀਤਾ ਗਿਆ, ਕਿਉਂਕਿ ਉਹਨਾਂ ਦੇ ਮਹਾਰਾਜਾ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਕਿ ਉਹ ਇਸ ਤੋਂ ਬਾਅਦ ਐਂਪਰਰ ਆਫ ਇੰਡੀਆ ਨਹੀਂ ਰਹੇਗਾ, ਉਸ ਨੂੰ ਪ੍ਰਿੰਸ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਨਾਨਾ ਸਾਹਿਬ ਜੋ ਕਿ ਅਡੋਪਟਡ ਸਨ ਸੀਗਾ ਬਾਜੀਰਾਓ ਦੂਜਾ, ਜਿਹੜਾ ਸੀਗਾ ਮਰਾਠਾ ਕਿੰਗ ਸੀ, ਉਸ ਦਾ ਗੋਦ ਲਿਆ ਹੋਇਆ ਪੁੱਤਰ ਸੀ, ਉਸ ਨੂੰ ਪੈਨਸ਼ਨ ਦੇਣ ਤੋਂ ਮਨਾ ਕਰ ਦਿੱਤਾ ਗਿਆ। ਇਹ ਵੀ ਇੱਕ ਬਹੁਤ ਵੱਡਾ ਰਾਜਨੀਤਿਕ ਕਾਰਨ 1857 ਦੇ ਵਿਦਰੋਹ ਦਾ ਰਿਹਾ। ਹੁਣ ਆਪਾਂ ਕਰਨ ਲੱਗਿਆ ਸੋਸ਼ਲ ਤੇ ਰਿਲੀਜੀਅਸ, ਸਮਾਜਿਕ ਅਤੇ ਧਾਰਮਿਕ ਕਿਹੜੇ-ਕਿਹੜੇ ਕਾਰਨ ਸਨ। ਇਸ ਤੋਂ ਪਹਿਲਾਂ ਜਿਹੜੀ ਸੀਗੀ ਨੌਨ ਇੰਟਰਫੇਰੈਂਸ ਦੀ ਪਾਲਿਸੀ ਜਿਹੜੀ ਸੀਗੀ ਅੰਗਰੇਜ਼ਾਂ ਨੇ ਅਪਣਾਈ ਹੋਈ ਸੀ, ਬਟ ਹੁਣ ਇਹਨਾਂ ਨੇ ਨੌਨ ਇੰਟਰਫੇਰੈਂਸ ਦੀ ਪਾਲਿਸੀ ਨੂੰ ਵਿਦਡਰੋ ਕਰ ਦਿੱਤਾ ਅਤੇ ਇੰਟਰਫੇਰੈਂਸ ਜਿਹੜਾ ਸੀਗਾ ਭਾਰਤ ਦੇ ਸਮਾਜਿਕ ਅਤੇ ਰਾਜਨੀਤਿਕ ਜਿਹੜਾ ਸੀਗਾ ਹਿੱਸੇ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਵਿਲੀਅਮ ਬੈਂਟਿੰਗ ਦਾ ਨਾਮ ਆਉਂਦਾ ਹੈ, ਜਿਹੜਾ ਕਿ ਲਾਸਟ ਗਵਰਨਰ ਜਨਰਲ ਆਫ ਬੰਗਾਲ ਅਤੇ ਫਸਟ ਗਵਰਨਰ ਜਨਰਲ ਆਫ ਇੰਡੀਆ ਬਣਿਆ ਸੀਗਾ 1833 ਦੇ
ਚਾਰਟਰ ਐਕਟ ਦੇ ਥਰੂ ਬਣਿਆ ਸੀਗਾ। ਇਹ ਤੁਹਾਨੂੰ ਮੈਂ ਲਾਸਟ ਵੀਡੀਓ ਦੇ ਵਿੱਚ ਦੱਸ ਚੁੱਕਿਆ ਹਾਂ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਪਿਛਲੀ ਵੀਡੀਓ ਨੂੰ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ। 1829 ਦੇ ਵਿੱਚ ਸਤੀ ਪ੍ਰਥਾ ਦੀ ਸਮਾਪਤੀ ਕੀਤੀ। ਸਤੀ ਪ੍ਰਥਾ ਦੀ ਸਮਾਪਤੀ ਕਰਨ ਦੇ ਵਿੱਚ ਰਾਜਾ ਰਾਮ ਮੋਹਨ ਰਾਏ, ਜਿਨ੍ਹਾਂ ਨੇ ਬ੍ਰਾਹਮੋ ਸਮਾਜ ਦੀ ਸਥਾਪਨਾ ਕੀਤੀ ਸੀ, ਬਹੁਤ ਵੱਡਾ ਯੋਗਦਾਨ ਦਿੱਤਾ ਸੀ। ਪਰੰਤੂ ਹਿੰਦੂ ਜਿਹੜੇ ਸਮਾਜ ਦੇ ਲੋਕ ਸਨ ਇਸ ਨੂੰ ਚੰਗਾ ਨਹੀਂ ਸਮਝਦੇ ਸਨ। ਉਹਨਾਂ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਦੇ ਤੌਰ 'ਤੇ ਲੈਂਦੇ ਸਨ। ਇਸ ਤੋਂ ਬਾਅਦ ਹਿੰਦੂ ਵਿਡੋਰ ਮੈਰਿਜ ਐਕਟ ਪਾਸ ਕੀਤਾ ਗਿਆ 1856 ਦੇ ਵਿੱਚ। ਇਸ ਦਾ ਖਰੜਾ ਵੀ ਲਾਰਡ ਡਲਹੌਜੀ ਨੇ ਤਿਆਰ ਕੀਤਾ ਸੀ ਅਤੇ ਇਸ ਦਾ ਐਕਟ ਨੂੰ ਜਿਹੜਾ ਰੂਪ ਦਿੱਤਾ ਸੀ, ਪਾਸ ਕੀਤਾ ਗਿਆ ਸੀ, ਉਹ ਵੀ ਉਸ ਦੇ ਸਮੇਂ ਦੇ ਦੌਰਾਨ ਹੀ ਕੀਤਾ ਗਿਆ। ਜਿੰਨੀਆਂ ਵੀ ਵਿਡੋ ਹੋਣਗੀਆਂ ਹਿੰਦੂ ਸਮਾਜ ਦੇ ਵਿੱਚ, ਉਹ ਇੱਕ ਵਾਰ ਫਿਰ ਤੋਂ ਵਿਆਹ ਕਰਵਾਉਣ ਦੇ ਲਈ ਐਲੀਜੀਬਲ ਹੋ ਜਾਣਗੀਆਂ। ਇਹ ਬਿੱਲ ਵੀ ਹਿੰਦੂ ਧਰਮ ਦੇ ਵਿੱਚ ਇੰਟਰਫੇਰੈਂਸ ਦੇ ਬਰਾਬਰ ਸਮਝਿਆ ਗਿਆ। ਇਸ ਤੋਂ ਇਲਾਵਾ 1813 ਦੇ ਵਿੱਚ ਚਾਰਟਰ ਐਕਟ ਪਾਸ ਕੀਤਾ ਗਿਆ, ਜਿਸ ਦੇ ਅਧੀਨ ਜਿੰਨੇ ਵੀ ਕ੍ਰਿਸਚੀਅਨ ਮਿਸ਼ਨਰੀ ਹੋਣਗੇ ਉਹਨਾਂ ਦੇ ਲਈ ਸਾਰੇ ਰਸਤੇ ਅੰਗਰੇਜ਼ੀ ਸਰਕਾਰ ਦੇ ਏਰੀਆ ਦੇ ਲਈ ਖੋਲ੍ਹ ਦਿੱਤੇ ਗਏ ਵੀ ਤੁਸੀਂ ਜਿੰਨੇ ਵੀ ਈਸਟ ਇੰਡੀਆ ਕੰਪਨੀ ਦਾ ਏਰੀਆਜ਼ ਨੇ ਉੱਥੇ ਆਓ, ਆਪਣੇ ਧਰਮ ਦਾ ਪ੍ਰਚਾਰ ਕਰੋ, ਹਿੰਦੂ ਮੁਸਲਮਾਨਾਂ ਨੂੰ ਕ੍ਰਿਸਚੀਅਨ ਧਰਮ ਦੇ ਵਿੱਚ ਸ਼ਾਮਲ ਕਰਵਾਓ। ਇਸ ਤਰ੍ਹਾਂ ਇਹ ਸਾਰੀਆਂ ਡਿਵੈਲਪਮੈਂਟਸ ਸਨ ਜਿਨ੍ਹਾਂ ਨੇ ਭਾਰਤੀ ਲੋਕਾਂ ਦੇ ਨਾਲ ਇਸ ਤਰ੍ਹਾਂ ਫੀਲ ਕਰਵਾਇਆ ਕਿ ਉਹਨਾਂ ਦੇ ਸਮਾਜਿਕ ਅਤੇ ਧਾਰਮਿਕ ਖੇਤਰ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਾਜਨੀਤਿਕ ਕਾਰਨ ਅਸੀਂ ਕਰ ਚੁੱਕੇ ਹਾਂ, ਸਮਾਜਿਕ ਅਤੇ ਧਾਰਮਿਕ ਕਾਰਨ ਕਰ ਚੁੱਕੇ ਹਾਂ। ਹੁਣ ਅਸੀਂ ਕਰਾਂਗੇ ਫੌਜ, ਮਿਲਟਰੀ ਪੁਆਇੰਟ ਆਫ ਵਿਊ ਤੋਂ ਕਿਸ ਤਰ੍ਹਾਂ ਉਹਨਾਂ ਨੇ ਦਖਲਅੰਦਾਜ਼ੀ ਕੀਤੀ। ਭਾਰਤੀ ਸਿਪਾਹੀਆਂ ਦੇ ਨਾਲ ਚੰਗਾ ਵਤੀਰਾ ਨਹੀਂ ਸੀ ਕੀਤਾ ਜਾਂਦਾ। ਉਹਨਾਂ ਨੂੰ ਅੰਗਰੇਜ਼ ਅਧਿਕਾਰੀਆਂ ਦੇ ਮੁਕਾਬਲੇ, ਅੰਗਰੇਜ਼ ਫੌਜੀਆਂ ਦੇ ਮੁਕਾਬਲੇ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਜਿਵੇਂ ਜਿਵੇਂ ਅੰਗਰੇਜ਼ਾਂ ਦਾ ਜਿਹੜਾ ਸੀਗਾ ਅੰਪਾਇਰ ਇੰਡੀਆ ਦੇ ਵਿੱਚ ਫੈਲਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਫੌਜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਭੇਜਣੇ ਪੈਂਦੇ ਸੀ ਵੱਖ-ਵੱਖ ਵਿਦਰੋਹਾਂ ਨੂੰ, ਵੱਖ-ਵੱਖ ਲੜਾਈਆਂ ਦੇ ਵਿੱਚ ਲੜਨ ਦੇ ਲਈ। ਪਰੰਤੂ ਉਹਨਾਂ ਦੇ ਲਈ ਕਿਸੇ ਵੀ ਪ੍ਰਕਾਰ ਦਾ ਐਕਸਟਰਾ ਭੱਤਾ ਨਹੀਂ ਦਿੱਤਾ ਜਾਂਦਾ ਸੀ, ਜਦ ਕਿ ਅੰਗਰੇਜ਼ ਸੈਨਿਕਾਂ ਨੂੰ, ਅਧਿਕਾਰੀਆਂ ਨੂੰ ਐਕਸਟਰਾ ਭੱਤਾ ਦੇਣ ਦੀ ਮਨਜ਼ੂਰੀ ਸੀ। ਇਹ ਵੀ ਉਹਨਾਂ ਨੇ ਇਸ ਭੇਦਭਾਵ ਦੇ ਵਿਰੁੱਧ ਵੀ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਗੁੱਸੇ ਦੀ ਲਹਿਰ ਸੀ। ਇਸ ਤੋਂ ਇਲਾਵਾ ਜਨਰਲ ਸਰਵਿਸ ਐਕਟ 1856 ਪਾਸ ਕਰ ਦਿੱਤਾ ਗਿਆ, ਜਿਸ ਦੇ ਅੰਤਰਗਤ ਇਹ ਕੰਪਲਸਰੀ ਕਰ ਦਿੱਤਾ ਗਿਆ ਕਿ ਜੇ ਲੋੜ ਪਈ, ਇਫ ਰਿਕੁਆਇਰਡ, ਤਾਂ ਭਾਰਤੀ ਸੈਨਿਕਾਂ ਨੂੰ ਸਮੁੰਦਰ ਨੂੰ ਕ੍ਰਾਸ ਕਰਨ ਦੇ ਲਈ ਜਾਣਾ ਪਵੇਗਾ, ਜੋ ਕਿ ਹਿੰਦੂ ਧਰਮ ਦੇ ਅਨੁਸਾਰ ਠੀਕ ਨਹੀਂ ਸੀ। ਇਸ ਤੋਂ ਇਲਾਵਾ ਅਸੀਂ ਆਰਥਿਕ ਕਾਰਨ ਕਰਨ ਲੱਗੇ ਹਾਂ, ਇਕਨੋਮਿਕ ਕਾਜ਼। ਹੈਵੀ ਟੈਕਸੇਸ਼ਨ ਬਹੁਤ ਇੰਪੋਰਟੈਂਟ ਸੀ। ਜੇ ਇਸੇ ਕਾਰਨ ਕਰਕੇ ਹੀ ਭਾਰਤੀ ਕਿਸਾਨਾਂ ਨੂੰ, ਮਜ਼ਦੂਰਾਂ ਦੇ ਉੱਪਰ ਬਹੁਤ ਅਤਿਆਚਾਰ ਕੀਤੇ ਜਾਂਦੇ ਸੀ। ਤਰ੍ਹਾਂ ਦੀਆਂ ਲੈਂਡ ਰੈਵਨਿਊ ਪਾਲਿਸੀਜ਼ ਅਪਣਾਈਆਂ ਜਾਂਦੀਆਂ ਸੀ, ਜਿਸ ਤਰ੍ਹਾਂ ਪਰਮਾਨੈਂਟ ਸੈਟਲਮੈਂਟ ਕਾਰਨਵਾਲਿਸ ਦੁਆਰਾ ਬੰਗਾਲ ਦੇ ਵਿੱਚ ਅਪਣਾਈ ਗਈ ਸੀ। ਇਸੇ ਤਰ੍ਹਾਂ ਮਹਿਲਵਾੜੀ ਸੈਟਲਮੈਂਟ ਸੀਗੀ ਸੈਂਟਰਲ ਇੰਡੀਆ ਦੇ ਵਿੱਚ, ਰਈਅਤ ਵਾਲੀ ਜਿਹੜੀ ਸੀਗੀ ਉਹ ਸਾਊਥ ਇੰਡੀਆ, ਮਡਰਾਸ, ਉੜੀਸਾ ਸਾਈਡ ਦੇ ਵਿੱਚ ਅਪਣਾਈ ਗਈ ਸੀ। ਇਹਨਾਂ ਸੈਟਲਮੈਂਟ ਦੇ ਥਰੂ, ਇਹਨਾਂ ਲੈਂਡ ਰੈਵਨਿਊ ਪਾਲਿਸੀਜ਼ ਦੇ ਥਰੂ 50% ਕਲੈਕਸ਼ਨ ਸੀ ਜਿਹੜੀ ਉਹ ਪੀਜ਼ੈਂਟ ਤੋਂ ਕੀਤੀ ਜਾਂਦੀ ਸੀ, ਥਰੂ ਮਹਿਲਵਾੜੀ, ਥਰੂ ਡਾਇਰੈਕਟ ਰਈਅਤ ਵਾਲੀ ਸਿਸਟਮ, ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਡਾਇਰੈਕਟ ਕਰਕੇ ਉਹਨਾਂ ਤੋਂ 50% ਉਗਰਾਹਿਆ ਜਾਂਦਾ ਸੀ। ਇਹਨਾਂ ਦੇ ਅਗਰਾਹੁਣ ਦੇ ਨਾਲ ਜਿਹੜੇ ਕਿਸਾਨ ਸੀ ਉਹ ਕੰਗਾਲ ਹੋ ਗਏ, ਇਹ ਵੀ ਇੱਕ ਰੀਜ਼ਨ ਸੀ। ਇਸ ਤੋਂ ਇਲਾਵਾ ਇਕਨੋਮਿਕ ਡਰੇਨ ਦੀ ਥਿਊਰੀ ਆਪਾਂ ਨੂੰ ਲੇਟਰ ਸਟੇਜ 'ਤੇ ਜਾ ਕੇ ਅੱਗੇ ਪੜ੍ਹਨ ਨੂੰ ਮਿਲੇਗੀ ਕਿ ਦਾਦਾ ਭਾਈ ਨਰੋਜੀ ਜੀ ਨੇ ਦੱਸਿਆ ਸੀ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਰॉ ਮਟੀਰੀਅਲ ਹੈ, ਇੱਥੋਂ ਦਾ ਪੈਸਾ ਹੈ, ਉਹ ਡਰੇਨ ਕੀਤਾ ਜਾ ਰਿਹਾ ਹੈ ਇੰਗਲੈਂਡ ਨੂੰ। ਇਹ ਵੀ ਤੁਸੀਂ ਯਾਦ ਰੱਖਣਾ, ਇਕਨੋਮਿਕ ਡਰੇਨ ਉਹਨਾਂ ਨੇ ਦਿੱਤੀ ਸੀ। ਤੇ ਜਿਸ ਤੋਂ ਬਾਅਦ ਇਹ ਇੱਕ ਵੱਡਾ ਕਾਰਨ ਸਾਹਮਣੇ ਨਿਕਲ ਕੇ ਆਇਆ ਤੇ 1857 ਦੇ ਵਿਦਰੋਹ ਨੂੰ ਇੱਕ ਚਿੰਗਾਰੀ ਦਾ ਰੂਪ ਵੀ ਦਿੱਤਾ। ਹਾਂਜੀ, ਹੁਣ ਗੱਲ ਕਰਨ ਲੱਗਿਆ, ਇਸ ਤੋਂ ਪਹਿਲਾਂ ਅਸੀਂ ਡਿਸਕਸ ਕੀਤਾ ਕਿ ਬਹੁਤ ਜ਼ਿਆਦਾ ਕਾਰਨ ਸਨ, ਭਾਵੇਂ ਉਹ ਇਕਨੋਮਿਕ ਸਨ, ਮਿਲਟਰੀ ਸਨ ਜਾਂ ਪੋਲੀਟੀਕਲ ਸਨ, ਸੋਸ਼ਲ ਸਨ, ਰਿਲੀਜੀਅਸ ਸਨ। ਇਸ ਤੋਂ ਇਲਾਵਾ ਇਮੀਡੀਏਟ ਕਾਜ਼ ਇੱਕ ਚਿੰਗਾਰੀ ਦੇਣ ਦਾ ਕੰਮ ਕੀਤਾ, ਜਿਸ ਨੇ ਇਸ ਤੋਂ ਪਹਿਲਾਂ ਬੀਜ ਬੀਜੇ ਜਾ ਚੁੱਕੇ ਸੀ 1857 ਦੀ ਮਹਾਕ੍ਰਾਂਤੀ ਦੇ ਲਈ। ਹੁਣ ਇੱਕ ਜਿਹੜਾ ਮੁੱਖ ਕਾਰਨ ਸੀ ਜਿਸ ਨੇ ਇਸ ਨੂੰ ਚਿੰਗਾਰੀ ਦਾ ਰੂਪ ਦਿੱਤਾ, ਉਹ ਇਹ ਸੀ ਅੰਗਰੇਜ਼ਾਂ ਨੇ ਸੋਚਿਆ ਕਿ ਜਿਹੜੀ ਓਲਡ ਫੈਸ਼ਨਡ ਮਸਕਟ ਜਿਹੜੀ ਯੂਜ਼ ਕਰ ਰਹੇ ਨੇ ਭਾਰਤ ਦੇ ਵਿੱਚ ਸੈਨਿਕ, ਉਹਨਾਂ ਨੂੰ ਅਸੀਂ ਸਮਾਪਤ ਕਰਕੇ ਇੱਕ ਨਵੀਂ ਬਿਲਕੁਲ ਮਾਡਰਨ ਇਨਫੀਲਡ ਰਾਈਫਲ ਨੂੰ ਇੰਟਰੋਡਿਊਸ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਜਿਹੜਾ ਇਸ ਇਨਫੀਲਡ ਰਾਈਫਲ ਦੇ ਵਿੱਚ ਬਰੂਦ ਪਵੇਗਾ, ਉਸ ਨੂੰ ਮੂੰਹ ਨਾਲ ਛਿੱਲਣਾ ਪਵੇਗਾ ਅਤੇ ਇਸ ਦੀ ਅਫਵਾਹ ਭਾਰਤੀ ਸੈਨਿਕਾਂ ਦੇ ਵਿੱਚ ਜਨਵਰੀ 1857 ਦੇ ਵਿੱਚ ਫੈਲੀ ਕਿ ਜਿਹੜਾ ਉਹ ਮੂੰਹ ਨਾਲ ਬਰੂਦ ਖੋਲ੍ਹ ਕੇ ਇਸ ਇਨਫੀਲਡ ਵਿੱਚ ਪਾਵੇਗਾ, ਉਸ ਦੇ ਉੱਪਰ ਕੌ ਅਤੇ ਪਿਗ ਦਾ ਮਾਸ ਲੱਗਿਆ ਹੋਵੇਗਾ। ਇਹ ਹਿੰਦੂ ਅਤੇ ਮੁਸਲਮਾਨ ਸੈਨਿਕਾਂ ਨੂੰ ਗੱਲ ਚੰਗੀ ਨਹੀਂ ਲੱਗੀ, ਕਿਉਂਕਿ ਹਿੰਦੂਆਂ ਦੇ ਵਿੱਚ ਕੌ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਮੁਸਲਮਾਨਾਂ ਦੇ ਵਿੱਚ ਪਿਗ ਨੂੰ ਮਾਰਨਾ ਵੀ ਅਪਮਾਨ ਸਮਝਿਆ ਜਾਂਦਾ ਹੈ, ਜਿਸ ਦੇ ਕਾਰਨ 29 ਮਾਰਚ 1857 ਬੈਰਕਪੁਰ ਵਿਖੇ
ਮੰਗਲ ਪਾਂਡੇ ਨਾਮ ਦੇ ਸੈਨਿਕ ਨੇ ਇਸ ਨੂੰ ਜਿਹੜਾ ਹੈਗਾ ਯੂਜ਼ ਕਰਨ ਤੋਂ ਮਨਾ ਕਰ ਦਿੱਤਾ ਅਤੇ 2 ਅੰਗਰੇਜ਼ ਅਫਸਰਾਂ ਨੂੰ ਮਾਰ ਦਿੱਤਾ। ਇਹ ਤੁਸੀਂ ਨਾਮ ਯਾਦ ਰੱਖਣੇ ਨੇ, ਹਗਸਨ ਐਂਡ ਵੌਗ ਬੈਰਕਪੁਰ ਵਿਖੇ ਮਾਰ ਦਿੱਤੇ। ਇਸ ਤੋਂ ਬਾਅਦ ਜਿਹੜਾ ਹੈਗਾ ਮੇਰਠ ਦੇ ਵਿੱਚ 10 ਮਈ ਨੂੰ 1857 ਦੇ ਵਿਦਰੋਹ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ 11 ਮਈ ਨੂੰ 82 ਸਾਲਾ ਬਜ਼ੁਰਗ ਜਿਹੜਾ ਕਿ ਮੁਗਲ ਬਾਦਸ਼ਾਹ ਸੀਗਾ ਬਹਾਦਰ ਸ਼ਾਹ ਜ਼ਫਰ ਨੂੰ ਸਹਿਨਸ਼ਾਹ ਹਿੰਦੁਸਤਾਨ ਐਂਪਰਰ ਆਫ ਇੰਡੀਆ ਅਨਾਊਂਸ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ 1857 ਦੇ ਵਿਦਰੋਹ ਦੀ ਸ਼ੁਰੂਆਤ ਹੋ ਜਾਂਦੀ ਹੈ। ਭਾਰਤ ਦੇ ਵੱਖ-ਵੱਖ ਸਥਾਨਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਨੂੰ ਹਿਲਾਉਣ ਦੇ ਲਈ ਜਿਹੜੇ ਹੈਗੇ ਵੱਖ-ਵੱਖ ਲੀਡਰਾਂ ਦੇ ਅਧੀਨ ਆਪਣੀ ਸ਼ਮੂਲੀਅਤ ਕਰਦੇ ਨੇ। ਵੱਖ-ਵੱਖ ਜਿਹੜੇ ਸੈਂਟਰ ਸੀਗੇ ਇਸ ਰਿਵੋਲਟ ਦੇ, ਉਹਨਾਂ ਦੇ ਬਾਰੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਦਿੱਲੀ ਦੀ ਗੱਲ ਕਰਦੇ ਹਾਂ। ਦਿੱਲੀ ਦੇ ਵਿੱਚ ਬਹਾਦਰ ਸ਼ਾਹ ਦੂਜਾ ਜਾਂ ਜ਼ਫਰ ਜਿਹੜਾ ਸੀਗਾ ਇਸ ਵਿਦਰੋਹ ਦਾ ਭਾਰਤੀ ਲੀਡਰ ਸੀਗਾ, ਇੱਕ ਘੋਸ਼ਿਤ ਕੀਤਾ ਹੋਇਆ ਲੀਡਰ ਸੀ। ਉਸ ਨੇ ਅਗਵਾਈ ਕੀਤੀ। ਉਸ ਦਾ ਕਮਾਂਡਿੰਗ ਇਨ ਜਨਰਲ ਜਿਸ ਨੇ ਬਹੁਤ ਜ਼ਿਆਦਾ ਅਹਿਮ ਯੋਗਦਾਨ ਦਿੱਤਾ ਉਹ ਬਖਤ ਖਾਨ ਸੀ। ਦਿੱਲੀ ਦੇ ਵਿੱਚ ਅੰਗਰੇਜ਼ੀ ਅਫਸਰ ਜਿਹੜਾ ਲਗਾਇਆ ਗਿਆ ਸੀ ਇਸ ਵਿਦਰੋਹ ਨੂੰ ਦਬਾਉਣ ਦੇ ਲਈ, ਉਸ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਜੌਹਨ ਨਿਕੋਲਸਨ ਸੀਗਾ। ਇਸੇ ਤਰ੍ਹਾਂ ਲਖਨਊ ਵੀ 1857 ਦੇ ਵਿਦਰੋਹ ਦਾ ਇੱਕ ਵੱਡਾ ਕੇਂਦਰ ਰਿਹਾ ਹੈ, ਜਿੱਥੇ ਕਿ ਬੇਗਮ ਹਜ਼ਰਤ ਮਹਿਲ ਨੇ ਲੋਕਾਂ ਦੀ ਅਗਵਾਈ ਕੀਤੀ ਅਤੇ ਇੱਥੇ ਅੰਗਰੇਜ਼ ਅਫਸਰ ਕੋਲਨ ਕੈਂਪਬੈਲ ਸੀ। ਇਸ ਤੋਂ ਇਲਾਵਾ ਕਾਨਪੁਰ ਦੇ ਵਿੱਚ ਨਾਨਾ ਸਾਹਿਬ ਅਤੇ ਉਸ ਦਾ ਜਿਹੜਾ ਕਮਾਂਡਰ ਸੀਗਾ ਤਾਤੀਆਂ ਟੋਪੇ ਸੀਗਾ। ਇੱਥੇ ਵੀ ਅੰਗਰੇਜ਼ ਅਫਸਰ ਕੋਲਨ ਕੈਂਪਬੈਲ ਨੂੰ ਲਗਾਇਆ ਗਿਆ। ਝਾਂਸੀ ਵਿਖੇ ਰਾਣੀ ਲక్ష్ਮੀ ਬਾਈ ਜਿਸ ਨੇ ਲੋਕਾਂ ਦੀ ਇਸ ਵਿਦਰੋਹ ਦੇ ਵਿੱਚ ਅਗਵਾਈ ਕੀਤੀ। ਹਗਰੋਜ਼ ਇੱਥੇ ਅੰਗਰੇਜ਼ੀ ਅਫਸਰ ਲਗਾਇਆ ਗਿਆ ਸੀ ਵਿਦਰੋਹ ਨੂੰ ਦਬਾਉਣ ਦੇ ਲਈ। ਬਿਹਾਰ ਵਿੱਚ ਇੱਕ ਬਜ਼ੁਰਗ ਕਰਨਵਰ ਸਿੰਘ ਨੇ ਅਗਵਾਈ ਕੀਤੀ। ਇੱਥੇ ਵਿਲੀਅਮ ਟੇਲਰ ਅਤੇ ਇਨਸੈਟ ਅੰਗਰੇਜ਼ ਅਫਸਰ ਨੂੰ ਲਗਾਇਆ ਗਿਆ ਸੀ। ਇਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਾਰ-ਵਾਰ ਇਸ ਨੂੰ ਰਿਪੀਟ ਕਰੋ। ਅਕਸਰ ਇਸ ਦੇ ਬਾਰੇ ਵਿੱਚ ਕੁਐਸਚਨਸ ਜਿਹੜੇ ਹੈਗੇ ਨੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਵਿਦਰੋਹ ਨੂੰ ਸਫਲਤਾਪੂਰਵਕ ਅੰਗਰੇਜ਼ਾਂ ਦੇ ਦੁਆਰਾ ਦਬਾ ਦਿੱਤਾ ਜਾਂਦਾ ਹੈ। ਬਹਾਦਰ ਸ਼ਾਹ ਦੂਜਾ ਨੂੰ ਰੰਗੂਨ ਦੇ ਵਿੱਚ ਡਿਪੋਰਟ ਕਰ ਦਿੱਤਾ ਜਾਂਦਾ ਹੈ, ਜਿੱਥੇ ਉਸ ਦੀ ਮੌਤ 1862 ਵਿੱਚ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਇਸ ਵਿਦਰੋਹ ਦੇ ਫੇਮਸ ਲੀਡਰ ਸਨ ਨਾਨਾ ਸਾਹਿਬ, ਬੇਗਮ ਹਜ਼ਰਤ ਮਹਿਲ, ਖਾਨ ਬਹਾਦਰ ਖਾਨ, ਇਹ ਆਪਣੇ ਆਪ ਨੂੰ ਨੇਪਾਲ ਦੇ ਵਿੱਚ ਸਕੈਪ ਕਰ ਲੈਂਦੇ ਨੇ। ਇਸ ਤੋਂ ਬਾਅਦ ਜਿਹੜਾ ਇੱਕੋ ਇੱਕ ਲੀਡਰ ਸੀ ਇਸ ਮਹਾਜੰਗ ਦੇ ਵਿੱਚ ਮਰਨ ਵਾਲਾ, ਉਹ ਸੀ ਰਾਣੀ ਲక్ష్ਮੀ ਬਾਈ, ਜਿਹੜੀ ਕਿ ਬੈਟਲਫੀਲਡ ਦੇ ਵਿੱਚ ਮਾਰੀ ਜਾਂਦੀ ਹੈ। ਇੱਥੇ ਵਰਣਨਯੋਗ ਹੈ ਜੋ ਵਾਰ-ਵਾਰ ਵੱਖ-ਵੱਖ ਕੰਪੀਟੀਸ਼ਨ ਦੇ ਪੇਪਰਾਂ ਵਿੱਚ ਇਹ ਕੁਐਸਚਨਸ ਪੁੱਛਿਆ ਜਾਂਦਾ ਹੈ ਕਿ ਜਨਰਲ ਸਰ ਹਗਰੋਜ਼ ਨੇ ਲక్ష్ਮੀ ਬਾਈ ਨੂੰ, ਜਿਹੜੀ ਕਿ ਜੰਗ ਦੇ ਮੈਦਾਨ ਵਿੱਚ ਮਾਰੀ ਜਾਂਦੀ ਹੈ, ਬੈਸਟ ਐਂਡ ਬਰੇਵੈਸਟ ਮਿਲਟਰੀ ਲੀਡਰ ਆਫ ਦਾ ਰੈਬਲ ਕਹਿ ਕੇ ਸਨਮਾਨਪੂਰਵਕ ਉਸ ਦੇ ਲਈ ਸ਼ਬਦਾਂ ਦੀ ਵਰਤੋਂ ਕੀਤੀ ਸੀ ਵੀ ਇਸ ਜੰਗ ਦੇ ਵਿੱਚ ਲੜਨ ਵਾਲਾ ਇੱਕੋ ਇੱਕ ਲੀਡਰ ਜਿਹੜਾ ਮਰਦ ਹੈ ਉਹ ਰਾਣੀ ਲక్ష్ਮੀ ਬਾਈ ਹੈ। ਇਸ ਤਰ੍ਹਾਂ ਕਹਿੰਦੇ ਦਸੰਬਰ ਤੱਕ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਆਪਣਾ ਮੁੜ ਕਬਜ਼ਾ ਸਥਾਪਿਤ ਕਰ ਲਿਆ ਸੀ। ਇਸ ਮੈਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਮੇਜਰ ਸਥਾਨ ਸਨ ਜਿਹੜੇ 1857 ਮਹਾਜੰਗ ਦੇ। ਮੇਰਠ ਇਜ਼ ਹੇਅਰ, ਦਿੱਲੀ ਸੀਗਾ ਜਿੱਥੇ ਅਸੀਂ ਪੜ੍ਹ ਕੇ ਹਟੇ ਹਾਂ ਬਹਾਦਰ ਸ਼ਾਹ ਜ਼ਫਰ ਬਾਰੇ। ਗਵਾਲੀਅਰ ਹੈ, ਰਾਣੀ ਝਾਂਸੀ ਇੱਥੇ ਲੜ ਰਹੀ ਸੀਗੀ। ਬਨਾਰਸ ਹੈ, ਆਰਾ ਹੈ ਅਤੇ ਬੈਰਕਪੁਰ ਹੈ ਜਿੱਥੋਂ ਇਸ 1857 ਦੇ ਵਿਦਰੋਹ ਦੀ ਸ਼ੁਰੂਆਤ ਹੋਈ ਸੀ। ਮੰਗਲ ਪਾਂਡੇ ਜੀ ਨੇ 2 ਅੰਗਰੇਜ਼ ਅਫਸਰਾਂ ਨੂੰ ਮਾਰ ਕੇ ਇੱਥੋਂ ਦੀ 1857 ਦੇ ਵਿਦਰੋਹ ਦੀ ਸ਼ੁਰੂਆਤ ਕੀਤੀ ਸੀ। ਇਸ ਵਿਦਰੋਹ ਨੇ ਇੰਨੇ ਵੱਡੇ ਲੈਵਲ ਤੱਕ ਫੈਲਿਆ, ਫਿਰ ਵੀ ਇਹ ਵਿਦਰੋਹ ਅਸਫਲ ਕਿਉਂ ਰਿਹਾ? ਕਾਫੀ ਜ਼ਿਆਦਾ ਕਾਰਨ ਸਨ ਜਿਨ੍ਹਾਂ ਨੂੰ ਅਸੀਂ ਇਨ ਸਮਰੀ ਇਸ ਸਲਾਈਡ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਡਿਸਯੂਨਿਟੀ ਸੀ, ਕਿਸੇ ਵੀ ਭਾਰਤੀ ਲੀਡਰ ਦੇ ਵਿੱਚ ਇਕੱਠਾ ਹੋ ਕੇ ਲੜਨ ਦੀ ਸ਼ਮਤਾ ਨਹੀਂ ਸੀ। ਇਹ ਰੀਜ਼ਨ ਸੀਗਾ। ਇਹਨਾਂ ਦੀ ਆਰਗੇਨਾਈਜੇਸ਼ਨਸ ਜਿਹੜੀ ਸੀਗੀ ਪੂਅਰ ਆਰਗੇਨਾਈਜੇਸ਼ਨ ਸੀ। ਇੱਕ ਵਿਦਰੋਹ ਨੂੰ ਨੈਸ਼ਨਲ ਲੈਵਲ 'ਤੇ ਇੱਕ ਤਰੀਕ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਘੋਸ਼ਿਤ ਨਹੀਂ ਕੀਤਾ ਗਿਆ। ਕਿਸੇ ਜਗ੍ਹਾ 'ਤੇ ਕੋਈ ਤਰੀਕ ਦੇ ਵਿੱਚ, ਕਿਸੇ ਜਗ੍ਹਾ 'ਤੇ ਕਿਸੇ ਤਰੀਕ ਦੇ ਵਿੱਚ ਇਸ ਵਿਦਰੋਹ ਨੇ ਆਪਣਾ ਰੂਪ ਦਿਖਾਇਆ। ਇਸ ਤੋਂ ਬਾਅਦ ਕੰਪਲੀਟ ਨੈਸ਼ਨਲਿਜ਼ਮ ਦੀ ਕਿਸੇ ਦੇ ਵਿੱਚ ਵੀ ਭਾਰਤੀ ਜਾਂ ਭਾਰਤਰੀਪਨ ਦੀ ਜੋ ਭਾਵਨਾ ਨਹੀਂ ਸੀ। ਇਸ ਤੋਂ ਇਲਾਵਾ ਜਿਹੜਾ ਸੀਗਾ ਭਾਰਤੀ ਲੋਕਾਂ ਦੇ ਵਿੱਚ ਅਤੇ ਭਾਰਤੀ ਸਿਪਾਹੀਆਂ ਦੇ ਵਿੱਚ ਜਿਹੜੇ ਕਿ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਏ ਸਨ, ਉਹਨਾਂ ਦੇ ਵਿੱਚ ਕੋਲੈਬੋਰੇਸ਼ਨ ਨਹੀਂ ਸੀ, ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਸੀ, ਜਿਸ ਦੀ ਵਜ੍ਹਾ ਕਾਰਨ 1857 ਦਾ ਵਿਦਰੋਹ ਅਸਫਲ ਰਿਹਾ। ਇਸ ਤੋਂ ਇਲਾਵਾ ਨੋ ਡਾਊਟ ਅੰਗਰੇਜ਼ਾਂ ਕੋਲ ਬਹੁਤ ਜ਼ਿਆਦਾ ਰਿਸੋਰਸ ਸਨ। ਉਹ ਭਾਰਤ ਨੂੰ ਕਾਫੀ ਲੰਬੇ ਸਮੇਂ ਤੋਂ ਲੁੱਟਦੇ ਆ ਰਹੇ ਸਨ। ਉਹਨਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਸੀ, ਵੈਪਨਸ ਦੀ ਕੋਈ ਘਾਟ ਨਹੀਂ ਸੀ, ਜਿਸ ਦਾ ਕਾਰਨ ਇਹ ਹੋਇਆ ਕਿ ਉਹਨਾਂ ਨੂੰ ਭਾਰਤੀਆਂ ਨੂੰ ਹਰਾਉਣ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜ਼ਿਆਦਾ ਮੁਸ਼ੱਕਤ ਜਾਂ ਮਿਹਨਤ ਨਹੀਂ ਕਰਨੀ ਪਈ। ਇਸ ਤੋਂ ਇਲਾਵਾ ਕਈ ਭਾਰਤੀ ਵੀ ਭਾਰਤੀਆਂ ਦੇ ਨਾਲ
रल के इस विद्रोह के दौरान नहीं लड़े। जिस तरह सिंधिया सन, निज़ाम ऑफ हैदराबाद सन, गायकवाड़ ऑफ बड़ोदरा सन, इस तो इलावा राजस्थान के राजे सन, वो इस विद्रोह के दौरान अंग्रेज़ों के प्रति ही लॉयल रहे। हुण इस दे स्वरूप की गल करन लगे हाँ, कई जिहड़े ऑथर्स ने वो कहते ने मेनली दो जिहड़े पॉइंट व्यू निकल के बाहर आ रहे हैं। एक है कि ये विद्रोह सी जिहड़ा वो सिपाहियों का विद्रोह सी, दूसरा कहते हैं कि यह पूरे लोगों की महाजंग सी भारत के विचों अंग्रेज़ों को बाहर कड्ढण दे लई। जिहड़ी फस्ट सीगा सिपाही म्यूटनी कहते हैं वो ज़्यादातर फॉरनर ऑथर्स ने, जिन्हां दे विच जिहड़े सीगे जॉन लॉरेंस वर्गे, जॉन सीले वर्गे, इस तो इलावा सैयद अहमद वर्गे भी ने। सैयद अहमद खान ने भी कहा है सिपाही म्यूटनी सी, इस दे विच भारतीय लोगों का कोई खास योगदान नहीं रहा। इस तो इलावा BD सावरकर का नाम मैंशन योग है, जो बार बार इस 1857 रिवोल्ट के नाल कनैक्ट करता है। उसने कहा है हाँ ये फस्ट वॉर ऑफ इंडिपेंडेंस सी, भारतीय सुतंत्रता के संग्राम की जिहड़ी जंग सी उसका पहला पन्ना इस विद्रोह दे विच शुरू होया अते इस दे विच सारे भारत ने एकजुट होकर, भावें हिंदू सन भावें मुसलमान सन, उन्होंने अपनी एकजुटता का सबूत दिता है। इसे करके इसनूं फस्ट वॉर ऑफ इंडिपेंडेंस कहा जाता है, जो कि 1857 दे विच शुरू होया। इस तो बाद 1857 के विद्रोह नूं कंप्लीटली सप्रेस कर दिता जाता है, दबा दिता जाता है अते इस तो बाद दसंबर 1858 तक अंग्रेज़ों ने भारत विच मुड़ तो अपना कब्जा जमा लिया है। हुण 1857 के विद्रोह तो बाद काफ़ी ज़्यादा चेंजिस भारत के शासन प्रबंध विच लिआंदे जाणगे। फस्टली अंग्रेज़ों ने एक ब्रिटिश पार्लीमेंट के थ्रू एक्ट पास किया, जिस दे राही भारत विच कंपनी रूल की समाप्ति कर दी गई अते इसका डायरैक्ट जिहड़ा रूल सीगा वो ब्रिटिश क्राउन तो शुरू किया गया। इस तो इलावा भारत दे विच सैक्रटरी ऑफ स्टेट की नियुक्ति कर दी गई, नवीं पोस्ट बनाई गई अते इसकी जिम्मेवारी सारे भारतीय शासन प्रबंध नूं चलाउण दी होवेगी। गवर्नर जनरल का एक नाम चेंज कर दिता गया, उसनूं हुण वाइसराय कहा जाएगा। इत्थे गल ध्यान रखण योग है, भारत का लास्ट गवर्नर जनरल ऑफ इंडिया सी जिहड़ा ओह लॉर्ड कैनिंग सी अते फस्ट वाइसराय ऑफ इंडिया भी जिहड़ा सीगा वो लॉर्ड कैनिंग ही सी। बहुत बार सवाल जिहड़ा हैगा ਵੱਖ-ਵੱਖ कंपीटीशन के पेपरों में पूछा जाता है। हुण अंग्रेज़ों ने डॉक्ट्रिन ऑफ लैप्स जिहड़ा कि लॉर्ड डलहौजी ने अडॉप्ट किया सी उसनूं अवंडन कर दिता गया, छड्ड दिता गया। कहंदे ये जिहड़ा सिद्धांत है ये बहुत गलत है, इसने हिंदुओं ते मुसलमानों नूं एकजुट कर दिता अते भारत दीआं जड़ां नूं हिला के रख दिता सी। इस तरह की पॉलिसी नूं असीं कैरी फॉरवर्ड नहीं कर सकते। इस करके उन्होंने इस जिहड़े सिद्धांत नूं सीगा छड्ड दिता अते इस दी जगह ते एक नवीं पॉलिसी अडॉप्ट की जिस नूं डिवाइड एंड रूल कहा जाता है। वो कहंदे वंडो अते राज करो दी नीति एक नवां सिद्धांत असीं चलावांगे, उस नूं असीं फॉलो करनागा। डॉक्ट्रिन ऑफ लैप्स नूं असीं अगे नहीं लिजा सकते, क्योंकि अगर 1857 का विद्रोह दी तरह का एक होर विद्रोह साडे सामने खड़ा हो जाएगा तां सानूं भारत नूं छड्डण दे लई मजबूर होना पवेगा। इस नूं असीं दबाउण दे विच बहुत ज़्यादा अपने रिसोर्स ड्रेन कर चुके हाँ। इस तो इलावा लास्ट पॉइंट इज़ दैट कि जिन्ना भी खर्चा 1857 के विद्रोह नूं दबाउण विच आया है वो सारे का सारा खर्चा भारतीय लोगों उपर सुट्टिया जाए, इन्हां तो ही इकट्ठा किया जाए। अगर लैक्चर चंगा लग्या होवे तां वीडियो नूं लाइक ते कमेंट जरूर करियो अते साडे चैनल नूं सबसक्राइब जरूर करियो। एंड आल्सो डोंट फॉरगेट बेल आइकन फॉर अपकमिंग नोटिफिकेशंस। स्टे विद अस, लर्न मोर एंड मोर। Thank you very much.